कारजोग सतगुरां दी साजी निवाजी गुरु रूप प्यारी साध संगत जी, गुरु दरबार दे विच आपो अपना प्यार सत्कार लैकर पहुँचे हाँ। सतगुरां ने सवली नदर कीती है, जिहड़ी सानू श्रवण भगती बख्शी है। श्रवण भगती कहते हैं सुनन दी भगती नूं, जिस तरह बैठ के सिमरन करना है, बंदगी करनी है, 9 प्रकार की भगती मनी गई है। उन्हां दे विचों सुनना भी एक भगती मनी गई है। इहनूं श्रवण भगती बोलते हैं। जे सुनिया ते कन्नां दे रस तों लंघ के गुरु दा शब्द जिस दिन तेरे अंदर चलिया गया, प्रकाश हो जाना है। अंदरों तैनों ही तेरा परमात्मा नज़र आना शुरू हो जाना है। पर मनुखता नूं चाहीदा है कि सरवण भगती नूं वध तों वध करे, तां कि ये केवल ते केवल कन्नां दे रस तक ना रह जे, अगाहां जाके प्रकाश भी करे। सुनिया होया मनुख दा उदों परवान हो जाता है जदों मनुख दे ये गल चेते विच होवे कि मैं सुनिया की सी। किते भी मनुख गया है कुछ सुनन वास्ते, जदों घर वापस आवे ते दसे कि मैं ते पता ही नहीं लग्या कि उत्थे की सुना रहा सी, की सुनिया जा रहा सी, की सुनाया जा रहा सी। तो फिर मनुख नूं कहना पैंदा है कि तू अक्सर उत्थे लैण की गया सी, लैण की गया सी। कि किते कीड़ी विरती जां जीव विरती दे विच तां नहीं तुरिया फिरदा। ये जिहड़ी जीव विरती है, कीड़ी विरती है, जीव विरती क्यों कहते हैं? मनुख दे मुखड़े दे विच इक्को जीव है, 32 दंदां जड़ां दे विच रहिंदी है। बड़ा घुमदी है, पर जे कदी मनुख दंद जाड़ कढ़ा दे ना एक अद्धा, ये जीव बाकी दे कत्तियां नूं छड्ड के उसे जगह ते जाके रड़कदी है जिथों जाड़ कढ़ाई हुंदी है, उत्थे जा मल्लो मल्ली वजदी है। इनू कोई दसन वाला होवे कि तो बाकी भी तो 31 दंद हैगे ने, तो उन्हां दे विच खेल है, पर नहीं। इन्हें जाना उत्थे है जिथे कोई दंद जाड़ कढ़ाया जां दुखदा होवे, उत्थे जावेगी ते उहदे नाल खह के फिर ये दर्द भी करदी है, दुख नूं जगाउंदी है। महाराज कहंदे किते
ਜੀਭ ਬਿਰਤੀ ਤਾਂ ਨਹੀਂ ਲਈ ਬੈਠਾ। ਜਿੱਥੇ ਵੀ ਜਾਣਾ ਹੈ ਗੁਣ ਤੈਨੂੰ ਨਜ਼ਰੀ ਨਾ ਆਉਣ, ਅਤੇ ਜਿੱਥੇ ਕੋਈ ਅਵਗੁਣਹਾਰਾ ਮਨੁੱਖ ਬੈਠਾ ਹੈ ਉਹਦੇ ਨਾਲ ਖਹਿੰਦਾ ਹੋਵੇ, ਉਹਦੇ ਕੋਲ ਬਹਿੰਦਾ ਹੋਵੇ ਅਤੇ ਗੁਣਾਂ ਵਾਲੇ ਮਨੁੱਖ ਦੇ ਨਾਲ ਖਹਿੰਦਾ ਹੋਵੇ, ਉਹਨੂੰ ਦੁਖੀ ਕਰਦਾ ਹੋਵੇ। ਦੂਸਰੀ ਹੁੰਦੀ ਹੈ ਕੀੜੀ ਬਿਰਤੀ। ਕੀੜੀ ਬਿਰਤੀ ਦੇ ਵਿੱਚ ਕੋਈ ਵੀ ਮਨੁੱਖ ਆਪਣਾ ਘਰ ਪਾਵੇ, ਮਹਿਲ ਪਾਵੇ, ਬੰਗਲਾ ਪਾਵੇ, ਜਿੰਨਾ ਮਰਜ਼ੀ ਧਨ ਖਰਚ ਦੇ, ਜੇ ਮਹਿਲਾਂ ਦੇ ਬਾਹਰੋਂ ਕੀੜੀ ਦੇ ਅੰਦਰ ਜਾਣਾ ਹੋਵੇ, ਉਹ ਵੱਡੇ ਦਰਵਾਜ਼ਿਆਂ ਰਾਹੀਂ ਅੰਦਰ ਨਹੀਂ ਜਾਂਦੀ। ਉਹ ਇਹੋ ਜਿਹੀ ਜਗ੍ਹਾ ਲੱਭਦੀ ਰਹਿੰਦੀ ਹੈ ਕਿ ਮੈਂ ਆਪ ਇਸ ਮਹਿਲ ਦੇ ਦਰਵਾਜ਼ੇ ਰਾਹੀਂ ਨਹੀਂ ਜਾਣਾ, ਮੈਂ ਆਪਣੀ ਆਪ ਖੱਡ ਪੱਟ ਕੇ ਇਸ ਦੇ ਅੰਦਰ ਜਾਣਾ। ਮਹਿਲਾਂ ਦੇ ਵਿੱਚ ਚਲੀ ਜਾਂਦੀ ਹੈ। ਉੱਥੇ ਜਾ ਕੇ ਕਿਹੜਾ ਕੀੜੀ ਨੂੰ ਇਸ ਗੱਲ ਦਾ ਸੁੱਖ ਹੁੰਦਾ ਕਿ ਮੈਂ ਬਹੁਤ ਵੱਡੇ ਮਹਿਲ ਦੇ ਵਿੱਚ ਹਾਂ, ਨਾ ਇੱਥੇ ਮੈਨੂੰ ਪਾਣੀ ਮਾਰੇ, ਨਾ ਇੱਥੇ ਮੈਨੂੰ ਅੱਗ ਮਾਰੇ, ਨਾ ਇੱਥੇ ਮੈਨੂੰ ਠੰਡ ਲੱਗੇ, ਨਾ ਮੈਨੂੰ ਇੱਥੇ ਗਰਮੀ ਲੱਗੇ। ਉਹਨੂੰ ਕਿਹੜਾ ਇਹਨਾਂ ਚੀਜ਼ਾਂ ਤੱਕ ਮਤਲਬ ਹੈ? ਮਹਿਲ ਤੱਕ ਉਹਨੂੰ ਕੋਈ ਮਤਲਬ ਨਹੀਂ ਕਿ ਐਡਾ ਵੱਡਾ ਮਹਿਲ ਹੈ, ਇਹਦੇ ਵਿੱਚ ਮਹਿਲ ਦੇ ਵਿੱਚ ਮੈਂ ਕਿਸੇ ਵੀ ਚੀਜ਼ ਦੀ ਲਪੇਟ ਦੇ ਵਿੱਚ ਨਹੀਂ ਆ ਸਕਦੀ, ਕੋਈ ਡਰ ਨਹੀਂ ਹੈ। ਉਹ ਫਿਰ ਵੀ ਸਾਰੇ ਮਹਿਲ ਦੇ ਵਿੱਚੋਂ ਤਰੇੜ ਲੱਭਦੀ ਰਹਿੰਦੀ ਹੈ ਕਿ ਜੇ ਕੋਈ ਤਰੇੜ ਮਿਲ ਜੇ ਤੇ ਉਹਦੇ ਵਿੱਚ ਮੈਂ ਵੜ ਕੇ ਬੈਠ ਜਾਵਾਂ। ਸਤ ਸੰਗਤ ਹੁੰਦਾ ਹੋਵੇ, ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹੋਵਨ, ਕੀੜੀ ਬਿਰਤੀ ਵਾਲੇ ਮਨੁੱਖ ਨੂੰ ਉਹਦਾ ਕੋਈ ਫਾਇਦਾ ਨਹੀਂ ਹੈ। ਬਸ ਉਹ ਬੈਠਾ ਰਹਿੰਦਾ ਹੈ, ਦੇਖਦਾ ਰਹਿੰਦਾ ਹੈ ਸਭ ਕੁਛ। ਬੈਠਦਿਆਂ ਦੇਖਦਿਆਂ ਉਹਦੀ ਨਜ਼ਰ ਇੱਕੋ ਹੀ ਗੱਲ 'ਤੇ ਹੁੰਦੀ ਹੈ ਕਿ ਤਰੇੜ ਕਦੋਂ ਮਿਲੇਗੀ, ਮੈਂ ਤਰੇੜ ਦੇ ਵਿੱਚ ਕਦੋਂ ਵੜਾਂ। ਇਹਨੂੰ ਕੀੜੀ ਬਿਰਤੀ ਕਹਿੰਦੇ ਨੇ। ਸਰੀਰ ਤੇ ਮਨੁੱਖ ਵਾਲਾ ਹੈ, ਪਰ ਜਿਹੜੀ ਅੰਦਰੋਂ ਬਿਰਤੀ ਹੈ ਉਹ ਬਿਰਤੀ ਕੀੜੀ ਵਾਲੀ ਹੈ। ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਵੇ, ਗੁਰੂ ਉਪਦੇਸ਼ ਕਰ ਰਹੇ ਹੋਵਨ, ਫਿਰ ਵੀ ਇਸ ਮਨੁੱਖ ਨੂੰ ਅਵਗੁਣਹਾਰੇ ਮਨੁੱਖ ਦੇ ਨਾਲ ਬੈਠਣਾ ਪਸੰਦ ਹੈ। ਕੀੜੀ ਬਿਰਤੀ ਹੈ, ਕੋਈ ਇਸ ਨੂੰ ਮਹਿਲ ਦਾ ਵੱਡੇ ਦਾ ਭਾਅ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਇਹ ਬਿਰਤੀ ਬਣ ਜਾਂਦੀ ਹੈ ਉਹਨਾਂ ਨੂੰ ਇੱਕ ਵੱਡਾ ਰੋਗ ਲੱਗ ਜਾਂਦਾ ਹੈ। ਗੁਰਬਾਣੀ ਨੇ ਰੋਗ ਮੰਨੇ ਨੇ। ਵੱਡਾ ਰੋਗ ਸਤਿਗੁਰਾਂ ਨੇ ਮੰਨਿਆ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਤ੍ਰਿਸ਼ਨਾ ਵੱਡਾ ਰੋਗ ਹੈ। ਸਭ ਤੋਂ ਵੱਡਾ ਰੋਗ ਮੰਨਿਆ ਸਤਿਗੁਰਾਂ ਨੇ ਤ੍ਰਿਸ਼ਨਾ ਦਾ। ਬਾਕੀ ਰੋਗ ਜਿਹੜੇ ਸਰੀਰ ਨੂੰ ਲੱਗੇ ਹੁੰਦੇ ਨੇ ਅਨੇਕਾਂ ਤਰ੍ਹਾਂ ਦੇ ਹਨ, ਪਰ ਸਰੀਰ ਦੇ ਰੋਗ ਜਿਹੜੇ ਨੇ ਹੌਲੀ ਹੌਲੀ ਡਾਕਟਰ ਵੈਦ ਹਕੀਮ ਕੋਲੋਂ ਦਵਾਈਆਂ ਲੈ ਕੇ ਆਪਰੇਸ਼ਨ ਕਰਵਾ ਕੇ ਕੁਝ ਸਮੇਂ ਵਾਸਤੇ ਬੰਦਾ ਠੀਕ ਹੋ ਜਾਂਦਾ ਹੈ। ਤ੍ਰਿਸ਼ਨਾ ਵਾਲੇ ਰੋਗ ਤੋਂ ਕੋਈ ਠੀਕ ਹੋਇਆ ਕਦੇ? ਤ੍ਰਿਸ਼ਨਾ ਵੱਡਾ ਰੋਗ ਹੈ। ਇਹਨੂੰ ਵੱਡਾ ਰੋਗ ਕਿਉਂ ਕਿਹਾ ਸਤਿਗੁਰਾਂ ਨੇ? ਕਿਉਂਕਿ ਇਹ ਰੋਗ ਜਿਹੜਾ ਹੈ ਇਹ ਦਿਨੋਂ ਦਿਨ ਵੱਧਦਾ ਜਾਂਦਾ ਹੈ, ਇਹ ਰੋਗ ਘਟਦਾ ਨਹੀਂ ਹੈ। ਹੁਣ ਜਿਹੜਾ ਰੋਗ ਦਿਨੋਂ ਦਿਨ ਵੱਧਦਾ ਹੀ ਜਾਵੇ, ਦਵਾਈ ਉਹਦੀ ਲਈਏ ਨਾ, ਜ਼ਿੰਦਗੀ ਦਾ ਅੰਤ ਕਰ ਦੂ ਇੱਕ ਦਿਨ। ਇਹ ਰੋਗ ਘਟਦਾ ਨਹੀਂ ਹੈ, ਤ੍ਰਿਸ਼ਨਾ ਦਾ ਰੋਗ ਦਿਨੋਂ ਦਿਨ ਵੱਧਦਾ ਹੈ।
ਇਹਨੂੰ ਘਟਾਉਣ ਵਾਸਤੇ ਕੋਈ ਡਾਕਟਰ ਵੈਦ ਹਕੀਮ ਦੀ ਲੋੜ ਨਹੀਂ ਹੈ, ਕਿਸੇ ਵਸਤੂ ਦੀ ਲੋੜ ਨਹੀਂ, ਇਹਨੂੰ ਇੱਕ ਵਸਤੂ ਦੀ ਲੋੜ ਹੈ ਜਿਹਦੇ ਨਾਲ ਇਹ ਰੋਗ ਕੱਟਿਆ ਜਾਣਾ ਹੈ। ਇੱਕ ਵਸਤੂ ਦੀ ਲੋੜ, ਉਹ ਵਸਤੂ ਹੈ ਪਰਮਾਤਮਾ ਦਾ ਨਾਮ। ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਤ੍ਰਿਸ਼ਨਾ ਦੇ ਰੋਗ ਨੂੰ ਵਧਣ ਨਹੀਂ ਦਿੰਦਾ, ਇੱਕੋ ਜਗ੍ਹਾ 'ਤੇ ਰੋਕ ਕੇ ਤੇ ਉਹਨੂੰ ਖਤਮ ਕਰ ਦਿੰਦਾ। ਸਭ ਤੋਂ ਪਹਿਲਾ ਪੁਆਇੰਟ ਤੇ ਸਤਿਗੁਰਾਂ ਦਾ ਇਹੋ ਹੀ ਹੈ ਕਿ ਜੇ ਬਚਪਨ ਤੋਂ ਪਹਿਲਾਂ ਕਿਸੇ ਨੂੰ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਵੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦਾ ਰੋਗ ਪੈਦਾ ਹੀ ਨਹੀਂ ਹੁੰਦਾ। ਜੇ ਕਿਸੇ ਦੇ ਅੰਦਰ ਪੈਦਾ ਹੋ ਜੇ, ਦਿਨੋਂ ਦਿਨ ਇਹ ਤ੍ਰਿਸ਼ਨਾ ਦੇ ਰੋਗ ਨੇ ਵੱਧਦਾ ਜਾਣਾ ਹੈ, ਦਿਨੋਂ ਦਿਨ ਵੱਧਦਾ ਜਾਣਾ ਹੈ, ਅਤੇ ਇੱਕ ਨਾ ਇੱਕ ਦਿਨ ਇਹ ਸਰੀਰ ਨੂੰ ਖਤਮ ਕਰ ਦਿੰਦਾ ਹੈ। ਕਿਉਂਕਿ ਰੋਗ ਤੇ ਕਿਸੇ ਨੂੰ 10 ਦਿਨ ਰਹਿ ਜੇ ਉਹ ਦੁਖੀ ਕਰ ਦਿੰਦਾ, ਕੋਈ ਮਹੀਨਾ ਰੋਗੀ ਰਹਿ ਜੇ ਬੜਾ ਦੁਖੀ ਹੁੰਦਾ, ਕੋਈ ਸਾਲ ਰੋਗੀ ਰਹਿ ਜੇ ਬੜਾ ਦੁਖੀ ਹੁੰਦਾ। ਪਰ ਜੇ ਮੁੱਢ ਤੋਂ ਲੈ ਕੇ ਤ੍ਰਿਸ਼ਨਾ ਦਾ ਰੋਗ ਲੱਗਿਆ ਰਹੇ, ਇਹ ਰੋਗ ਤੇ ਫਿਰ ਬੰਦੇ ਦੀ ਜ਼ਿੰਦਗੀ ਖਤਮ ਕਰਕੇ ਹੀ ਛੱਡੇਗਾ। ਜਿਹੜਾ ਲੰਮਾ ਰੋਗ ਹੋਇਆ, ਇੰਨੇ ਸਮੇਂ ਦਾ ਰੋਗ ਲੱਗਿਆ ਹੋਇਆ, ਤੇ ਫਿਰ ਉਹ ਰੋਗ ਤਾਂ ਖਤਮ ਕਰੇਗਾ। ਸਰੀਰ ਨੂੰ ਰੋਗ ਲੱਗਿਆ ਹੋਇਆ ਹੈ, ਉਹਦੀਆਂ ਦਵਾਈਆਂ ਵੈਦ ਹਕੀਮਾਂ ਤੋਂ ਲੈਤੀਆਂ ਜਾਂਦੀਆਂ ਨੇ, ਨਹੀਂ ਠੀਕ ਹੋਇਆ, ਅਕਸਰ ਇੱਕ ਨਾ ਇੱਕ ਦਿਨ ਉਸੇ ਰੋਗ ਦੀ ਵਜ੍ਹਾ ਕਾਰਨ ਕਰਕੇ ਸਰੀਰ ਨੂੰ ਸੰਸਾਰ ਦੇ ਵਿੱਚੋਂ ਜਾਣਾ ਪੈਂਦਾ ਹੈ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਵੀ ਰੋਗ ਜਿਹੜਾ ਤ੍ਰਿਸ਼ਨਾ ਦਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ, ਘਟ ਨਹੀਂ ਰਿਹਾ। ਜਰਾ ਖਿਆਲ ਕਰ, ਜੇ ਇਹ ਰੋਗ ਨੂੰ ਤੂੰ ਨਾ ਰੋਕਿਆ, ਇੱਕ ਨਾ ਇੱਕ ਦਿਨ ਇਹਨੇ ਤੇਰੇ ਇਸ ਜ਼ਿੰਦਗੀ ਨੂੰ ਖਤਮ ਕਰ ਦੇਣਾ ਹੈ। ਤ੍ਰਿਸ਼ਨਾ ਦੇ ਰੋਗ ਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜੀ ਤੇਰੀ ਵਿਰਤੀ ਹੈ ਨਾ, ਇਹ ਵਿਰਤੀ ਤੇਰੀ ਕੀੜੀ ਵਿਰਤੀ ਨਾ ਹੋਵੇ, ਜੀਭ ਵਿਰਤੀ ਨਾ ਹੋਵੇ। ਮਹਾਰਾਜ ਨੇ ਮਨੁੱਖਤਾ ਨੂੰ ਸ੍ਰੇਸ਼ਟ ਬਣਾਇਆ ਤੇ ਇਹਦਾ ਜੀਵਨ ਉੱਚਾ ਚੱਕਣ ਦੇ ਗੁਰੂ ਸਾਹਿਬ ਜੀ ਮਹਾਰਾਜ ਨੂੰ ਹੁਕਮ ਕਰਦੇ ਨੇ ਕਿ ਕਿਵੇਂ ਨਾ ਕਿਵੇਂ ਇਹਦੀ ਜ਼ਿੰਦਗੀ ਦਾ ਜਿਹੜੀ ਮੇਨ ਮਨੋਰਥ ਹੈ, ਇਸ ਵਾਸਤੇ ਇਹ ਜਿਸ ਵਾਸਤੇ ਆਇਆ, ਇਹ ਜੀਵਨ ਇਸਦਾ ਜ਼ਿੰਦਗੀ ਉੱਚੀ ਇਹਦੀ ਚੁੱਕੀ ਜਾਵੇ। ਇਸ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜੀਆਂ ਨੇ ਫਿਰ ਅਨੇਕਾਂ ਪ੍ਰਮਾਣ ਇਸ ਨੂੰ ਬਖਸ਼ਿਸ਼ ਕੀਤੇ ਨੇ। ਪਰ ਇਹਦੀ ਜਿਹੜੀ ਵਿਰਤੀ ਹੈ, ਇਹਦਾ ਜਿਹੜਾ ਮਨ ਹੈ, ਇਹ ਕਦੇ ਆਨੰਦ ਦੇ ਵਿੱਚ ਜਾਣਾ ਹੀ ਨਹੀਂ ਚਾਹੁੰਦਾ, ਕਦੇ ਨਹੀਂ ਜਾਣਾ ਚਾਹੁੰਦਾ। ਆਨੰਦ ਦੇ ਵਿੱਚ ਜਿਹੜੇ ਕੋਈ ਸਿਮਰਨ ਬੰਦਗੀ ਦੇ ਵਿੱਚ ਲੱਗੇ ਹੁੰਦੇ ਨੇ, ਉਹਨਾਂ ਨੂੰ ਆਨੰਦਮਈ ਵਸਤੂ ਦਾ ਪਤਾ ਹੈ। ਸੁੱਖ ਦੁੱਖ ਤੋਂ ਨਿਰਲੇਪ, ਚੰਗੇ ਮੰਦੇ ਤੋਂ ਨਿਰਲੇਪ, ਦਿਨ ਰਾਤ ਤੋਂ ਨਿਰਲੇਪ, ਸਭ ਵਸਤੂਆਂ ਤੋਂ ਨਿਰਲੇਪ ਹੋ ਕੇ ਬੈਠ ਜਾਂਦੇ ਨੇ ਸੰਸਾਰ ਦੇ ਵਿੱਚ। ਭਰਤਰੀ ਜੀ ਬੈਠੇ ਸੀ ਨਿਰਲੇਪ ਹੋ ਕੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਜਗਤ ਦਾ ਮਹਾਰਾਜ ਭਰਮਨ ਕਰਦੇ ਨੇ। ਭਰਮਨ ਕਰਦਿਆਂ ਕਰਦਿਆਂ ਗੁਰੂ ਨਾਨਕ ਮਹਾਰਾਜ ਇੱਕ ਸਿੱਖ ਨੂੰ ਮਿਲੇ ਨੇ। ਉਹ ਮਹਾਰਾਜ ਦੀ ਸੇਵਾ ਕਰਦਾ ਰਿਹਾ ਤੇ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਕੋਈ ਬਚਨ ਦੇ ਦਿਓ। ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਸਿੱਖਾ ਤੇਰੇ ਵਾਸਤੇ ਬਚਨ ਹੈ ਕਿ ਤੂੰ ਕਿਰਤ ਕਰਿਆ ਕਰ, ਨਾਮ ਜਪਿਆ ਕਰ, ਵੰਡ ਕੇ ਛਕਿਆ ਕਰ। ਚਲਿਆ ਗਿਆ ਘਰੇ। ਦੂਜੇ ਦਿਨ ਫੇਰ ਆ ਗਿਆ। ਕਹਿੰਦੇ ਮਹਾਰਾਜ ਕੋਈ ਹੋਰ ਵਚਨ ਦੇ ਦਿਓ, ਕੋਈ ਹੋਰ ਵਚਨ ਕਰ ਦਿਓ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਭਾਈ ਤੈਨੂੰ ਕੱਲ ਵਚਨ ਕੀਤਾ ਤੇ ਹੈ, ਕੱਲ ਤੈਨੂੰ ਵਚਨ ਕੀਤਾ ਤੇ ਹੈ ਕਿ ਕਿਰਤ ਕਰਨੀ ਹੈ, ਨਾਮ ਜਪਣਾ ਹੈ, ਵੰਡ ਕੇ ਛਕਣਾ ਹੈ।
ਕਹਿਣ ਲੱਗਿਆ ਮਹਾਰਾਜ ਸਤ ਵਚਨ, ਪਰ ਹਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਜੋ ਵੀ ਗੱਲ ਹੋਵੇ ਅਗਾਹਾਂ ਦੇ ਸਾਹਮਣੇ ਕਹਿ ਦੇਣੀ ਹੈ। ਕਹਿੰਦੇ ਮਹਾਰਾਜ ਠੀਕ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਸ ਤੋਂ ਨਾਲ ਉਹ ਸਿੱਖ ਨੂੰ ਲੈਤਾ, ਮਰਦਾਨਾ ਤੇ ਬਾਲਾ ਭਰਥਰੀ ਨੂੰ ਮਿਲਣ ਚਲੇ ਗਏ। ਇਹ ਭਰਥਰੀ ਜੀ ਬਹੁਤ ਵੱਡੀ ਤਪੱਸਿਆ ਸੀ, ਕਾਫੀ ਸਟੇਟਾਂ ਦੇ ਵਿੱਚ ਰਿਹਾ, ਪਰ ਸਾਡੀ ਇਸ ਪੰਜਾਬ ਦੀ ਧਰਤੀ 'ਤੇ ਵੀ ਭਰਥਰੀ ਲੰਮਾ ਸਮਾਂ ਰਿਹਾ। ਬਹੁਤ ਵੱਡਾ ਪਿੰਡ ਹੈ, ਪੱਖੋਕਿਆਂ ਕੋਲੇ ਦੌਲਤਪੁਰਾ। ਲੰਮਾ ਸਮਾਂ ਭਰਥਰੀ ਜੀ ਰਹੇ ਨੇ ਉੱਥੇ। ਉੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਿਲਣ ਗਏ ਸੀ ਉਹਨੂੰ, ਭਰਥਰੀ ਨੂੰ। 3 ਵਾਰੀ ਮਿਲੇ ਨੇ ਬਾਬਾ ਨਾਨਕ, ਗੁਰੂ ਨਾਨਕ ਮਹਾਰਾਜ ਜੀ ਭਰਥਰੀ ਜੀ ਨੂੰ। ਭਰਥਰੀ ਕੋਲੇ ਚਲੇ ਗਏ। ਜਦੋਂ ਜਾ ਕੇ ਬੈਠੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵੀ, ਇਹ ਵੀ ਨਾਲ ਸਿੱਖ ਵੀ ਮਹਾਰਾਜ ਦਾ। ਗੁਰਬਾਣੀ ਦੇ ਵਿੱਚ ਵੀ ਗਿਆਨ ਗੋਸ਼ਟੀ ਜਿਹੜੀ ਭਰਥਰੀ ਨਾਲ ਬਾਬੇ ਨਾਨਕ ਨੇ ਕੀਤੀ ਹੈ, ਉਹ ਗੁਰਬਾਣੀ ਦੇ ਵਿੱਚ ਵੀ ਦਰਜ ਹੈ। ਬਹੁਤੀ ਜਗ੍ਹਾ ਤੇ ਗੁਰੂ ਨਾਨਕ ਮਹਾਰਾਜ ਨੇ ਭਰਥਰੀ ਦਾ ਨਾਮ ਵੀ ਦਰਜ ਕੀਤਾ ਗੁਰਬਾਣੀ ਵਿੱਚ। ਸੁਨ ਭਰਥਰ ਨਾਨਕ ਕਹੈ ਵਿਚਾਰ। ਤੇ ਉਹ ਭਰਥਰੀ ਜੀ ਦੇ ਕੋਲ ਬੈਠੇ, ਜਦੋਂ ਵਿਚਾਰ ਚੱਲੀ ਤੇ ਭਰਥਰੀ ਜੀ ਕਹਿਣ ਲੱਗੇ, ਜੀ ਮੈਂ 260 ਰਾਣੀਆਂ ਨੂੰ ਛੱਡ ਕੇ ਫਕੀਰ ਬਣਿਆ। ਭਰਥਰੀ ਕਹਿੰਦਾ ਗੁਰੂ ਨਾਨਕ ਮਹਾਰਾਜ ਨੂੰ। ਉਹ ਜਿਹੜਾ ਸਿੱਖ ਸੀ ਨਾ, ਮਹਾਰਾਜ ਦੇ ਚਰਨਾਂ ਵਿੱਚ ਆਇਆ ਨਾਲ, ਉਹ ਪਹਿਲਾਂ ਹੀ ਬੋਲ ਪਿਆ। ਮਹਾਰਾਜ ਤੇ ਹਜੇ ਕੁਛ ਬੋਲੇ ਨਾ, ਉਹ ਪਹਿਲਾਂ ਹੀ ਬੋਲ ਪਿਆ। ਕਹਿਣ ਲੱਗਾ, ਜੇ ਇੰਨੀਆਂ ਨੂੰ ਛੱਡਣਾ ਸੀ ਤੇ ਵਿਆਹ ਕੇ ਕਿਉਂ ਲਿਆਂਦੀਆਂ ਸੀ? ਤੇ ਭਰਥਰੀ ਦੇ ਸੀ ਜਿਹੜੀ ਅੰਦਰ, ਉਹਦੇ ਕੋਲੇ ਤਪੱਸਿਆ ਬਹੁਤ ਸੀ, ਤੇ ਫਿਰ ਭਰਥਰੀ ਦੇ ਅੰਦਰੋਂ ਖੂਨ ਖੌਲਿਆ। ਉਹਨੇ ਕਹਿੰਦੇ ਮੈਂ ਆਪਣੇ ਨੇਤਰ ਕਲਾ ਦੇ ਨਾਲ ਇਸ ਬੰਦੇ ਨੂੰ ਖਤਮ ਕਰ ਦੇਣਾ, ਸਵਾਹ ਬਣਾ ਦੇਣਾ। ਅੰਦਰ ਭਰਥਰੀ ਦੀ ਗੱਲ ਚੱਲੀ ਹੈ, ਕਿਸ ਨੂੰ ਬਿਲਕੁਲ ਖਤਮ ਕਰ ਦੇਣਾ। ਬਾਬੇ ਨਾਨਕ ਨੇ ਕੀ ਕੀਤਾ? ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹ ਕਰਮ ਸੀ ਜਿਹੜਾ ਉਲਟ ਹੋ ਗਿਆ। ਬਾਬਾ ਨਾਨਕ ਜੀ ਕਹਿਣ ਲੱਗੇ, ਤੂੰ ਕਿਉਂ ਇਹ ਗੱਲ ਕਹੀ? ਉਹ ਤਾਂ ਛੱਡਿਆ ਆ। ਕਹਿੰਦੇ ਮਹਾਰਾਜ ਤੁਸੀਂ ਆਪ ਹੀ ਤਾਂ ਕਿਹਾ ਸੀਗਾ ਕਿ ਜੋ ਵੀ ਗੱਲ ਕਹਿਣੀ ਹੋਵੇ ਅਗਲੇ ਦੇ ਮੂੰਹ ਤੇ ਕਹਿ ਦੇ, ਪਿੱਠ ਪਿੱਛੇ ਨਹੀਂ ਕਹੀ। ਮਹਾਰਾਜ ਕਹਿੰਦੇ ਚੁੱਪ ਨਹੀਂ ਰਿਹਾ ਗਿਆ ਤੇਥੋਂ। ਜਦੋਂ ਛੱਡ ਹੀ ਆਇਆ, ਗੱਲ ਖਤਮ। ਤੂੰ ਚੁੱਪ ਤੇ ਰਹਿ ਜਾਂਦਾ, ਸਾਨੂੰ ਤੇ ਬੋਲ ਲੈਣ ਦਾ ਪਹਿਲਾਂ ਹੀ ਬੋਲ ਪਿਆ ਤੂੰ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਸਾਰਾ ਭਰਥਰੀ ਦੇ ਅੰਦਰ ਦਾ ਪਤਾ ਲੱਗ ਗਿਆ, ਤੇ ਭਰਥਰੀ ਦੇ ਅੱਖਾਂ ਦੇ ਸਾਹਮਣੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਹੱਥ ਕਰ ਲਏ। ਹੱਥ ਕਰ ਲਏ ਕਿ ਹੁਣ ਇਹਨੂੰ ਵੀ ਬਚਾਉਣਾ। ਜਦੋਂ ਹੱਥ ਕਰ ਲਏ ਤੇ ਉਹਨੇ ਜਿਵੇਂ ਹੀ ਉਸ ਦੇ ਨੇਤਰਾਂ ਵਿੱਚ ਦੀ ਨਿਕਲੀ ਉਹ ਰੌਸ਼ਨੀ, ਉਹ ਕੁਝ ਤਾਂ ਸੀ ਜਿਹੜੀ ਰੁਕ ਗਈ ਬਾਬੇ ਨਾਨਕ ਦੇ ਹੱਥਾਂ ਦੇ ਨਾਲ। ਤੇ ਬਾਬੇ ਨਾਨਕ ਦੇ ਹੱਥਾਂ ਦੇ ਨਾਲ ਉਂਗਲਾਂ ਦੇ ਵਿਚਕਾਰ ਦੀ ਜਿੰਨੀ ਕੁ ਰੌਸ਼ਨੀ ਨਿਕਲ ਗਈ, ਤੇ ਓਨਾ ਕੁ ਉਹਦਾ ਸਰੀਰ ਸੀ ਜਿਹੜਾ ਉਹਨੇ ਸਾੜ ਦਿੱਤਾ। ਉਹ ਸਿੱਖ ਦਾ ਸਾਹਮਣੇ ਬੈਠੇ ਦਾ ਸਰੀਰ ਸੜ ਗਿਆ ਸਾਰਾ। ਬਾਬੇ ਨਾਨਕ ਨੂੰ ਕਹਿਣ ਲੱਗਿਆ, ਕਹਿੰਦਾ ਮਹਾਰਾਜ ਮੈਂ ਤੁਹਾਡੀ ਸੇਵਾ ਕੀਤੀ, ਤੇ ਤੁਸੀਂ ਮੈਨੂੰ ਇੱਕ ਇਹੋ ਜਿਹੇ ਤਬੀਅਤ ਬੰਦੇ ਕੋਲੇ ਲੈ ਕੇ ਆਏ ਜਿਹਨੇ ਮੇਰਾ ਸਰੀਰ ਹੀ ਸਾੜਤਾ, ਮੇਰਾ ਸਰੀਰ ਹੀ ਸਾੜ ਦਿੱਤਾ। ਇਹ ਤਾਂ ਮਹਾਰਾਜਾ ਏਡੇ ਵੱਡੇ ਜੰਗਲ ਦੇ ਵਿੱਚ ਵੱਡੇ ਛੱਪੜ ਤੇ ਰਹਿੰਦਾ ਹੈ,
ਪੁਰਾਣੇ ਜ਼ਮਾਨਿਆਂ ਦੇ ਵਿੱਚ ਵੱਡੇ ਵੱਡੇ ਛੱਪੜ ਹੁੰਦੇ, ਬੜੇ ਵੱਡੇ ਵੱਡੇ ਦਰਖਤ ਹੁੰਦੇ ਉਹਨਾਂ ਦੇ ਛੱਪੜਾਂ ਦੇ ਕੋਲੇ। ਵੱਡੇ ਛੱਪੜ 'ਤੇ ਰਹਿਣ ਵਾਲਾ ਇਹ ਮੇਰਾ ਤਾਂ ਸਰੀਰ ਹੀ ਇਹਨੇ ਖਤਮ ਕਰ ਦਿੱਤਾ ਮਹਾਰਾਜ, ਤੁਸੀਂ ਇਹੋ ਜਿਹੇ ਕੋਲੇ ਲੈ ਕੇ ਆਏ ਹੋ ਮੈਨੂੰ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਦੋਂ ਇਹ ਸਿੱਖ ਕਹਿਣ ਲੱਗਿਆ, ਮਹਾਰਾਜ ਕਹਿਣ ਲੱਗੇ ਸਿੱਖਿਆ ਲੈ ਲੈਣੀ ਚਾਹੀਦੀ ਹੈ, ਜੇ ਤੂੰ ਪਹਿਲਾਂ ਵਚਨ ਮੰਨ ਲੈਂਦਾ ਤੇਰੇ ਨਾਲ ਆ ਕੁਛ ਨਹੀਂ ਹੋਣਾ ਸੀ। ਸਿੱਖਿਆ ਲੈ ਲੈਂਦਾ ਤੂੰ ਪਹਿਲਾਂ। ਇਹ ਸਿੱਖਿਆ ਕਿੱਥੋਂ ਮਿਲਦੀ ਹੈ? ਕਿੱਥੋਂ ਮਿਲਦੀ ਹੈ ਸਿੱਖਿਆ? ਜਿਹਨੇ ਆਪਣੀ ਜ਼ਿੰਦਗੀ ਦੇ ਅੰਦਰ ਕੁਝ ਸਿੱਖਣਾ ਹੋਵੇ ਨਾ, ਉਹ ਸਿੱਖ ਲੈਂਦੇ ਨੇ। ਇਹ ਸਿੱਖਿਆ ਮਿਲ ਸਕਦੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਨਿਆਰਾਪਣ ਹੈ ਸਿੱਖਿਆ ਲੈਣ ਵਾਸਤੇ। ਜੇ ਸਿੱਖਿਆ ਲੈਣੀ ਹੈ ਤੇ ਬਹੁਤ ਵੱਡੀ ਉਮਰ ਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੋਂ ਵੀ ਲੈ ਸਕਦਾ ਹੈ, 95 ਸਾਲ ਦੀ ਉਮਰ। ਤੇ ਜੇ ਸਿੱਖਿਆ ਲੈਣੀ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 8ਵੇਂ ਪਾਤਸ਼ਾਹ ਪੌਣੇ 5 ਸਾਲ ਦੀ ਉਮਰ ਬਾਲਾ ਪ੍ਰੀਤਮ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹ ਤੋਂ ਵੀ ਲੈ ਸਕਦਾ ਹੈ, ਉਹ ਤੋਂ ਵੀ ਲੈ ਸਕਦਾ ਹੈ। ਨਿਆਰਾਪਣ ਹੈ ਬਾਬੇ ਨਾਨਕ ਦੇ ਘਰ ਵਿੱਚ। ਸਿੱਖਿਆ ਲੈਣੀ ਹੋਵੇ ਤੇ ਜਿੱਡੀ ਮਰਜ਼ੀ ਵੱਡੀ ਉਮਰ ਹੋਵੇ ਉਹ ਤੋਂ ਵੀ ਲੈ ਸਕਦੇ ਹਾਂ। ਜੇ ਸਿੱਖਿਆ ਲੈਣੀ ਹੋਵੇ 7 ਤੇ 9 ਸਾਲ ਦੀਆਂ ਜਿੰਦਾਂ ਤੋਂ ਵੀ ਲੈ ਸਕਦਾ ਹੈ ਸਿੱਖਿਆ, ਜੇ ਲੈਣੀ ਹੋਵੇ ਤਾਂ। ਜੇ ਨਹੀਂ ਲੈਣੀ ਫਿਰ ਵੱਖਰੀ ਗੱਲ ਹੈ। ਪਰ ਮਨੁੱਖ ਸਿੱਖਿਆ ਲੈਂਦਾ ਕਿੱਥੇ ਹੈ? ਇਹ ਤਾਂ ਆਪਣੇ ਆਪ ਨੂੰ ਸਿਆਣਾ ਸਮਝਦਾ। ਜੇ ਆਪਣੇ ਆਪ ਨੂੰ ਪਾਗਲ ਸਮਝੇ ਤਾਂ ਸਿੱਖਿਆ ਲਵੇਗਾ, ਜੇ ਅਣਜਾਣ ਸਮਝੇ ਤਾਂ ਸਿੱਖਿਆ ਲਵੇਗਾ। ਇਹ ਆਪਣੇ ਆਪ ਨੂੰ ਤਾਂ ਸਿਆਣਾ ਸਮਝਦਾ ਹੈ। ਵਡੇਰੀ ਉਮਰ ਦਾ ਵੱਡਾ ਬੰਦਾ ਇੱਕ, ਨਾਲ ਉਹਦੇ ਗਧਾ, ਇੱਕ ਕੁੱਕੜ ਤੇ ਇੱਕ ਆਪ, ਟਕਾ ਇੱਕ ਰਹਿ ਗਿਆ। ਹੁਣ ਉਹ ਸੋਚੀ ਪੈ ਗਿਆ ਵੀ ਜੇ ਇੱਕ ਟਕੇ ਦਾ ਕੁਛ ਮੈਂ ਲੈਤਾ ਤੇ ਉਹ ਤਾਂ ਮੇਰਾ ਗਧਾ ਖਾ ਜੂਗਾ, ਕੁੱਕੜ ਭੁੱਖਾ ਹੈ ਤੇ ਮੈਂ ਵੀ ਭੁੱਖਾ। ਜੇ ਟਕੇ ਦਾ ਕੁਛ ਮੈਂ ਲੈ ਕੇ ਖਾਣਾ ਫਿਰ ਕੁੱਕੜ ਵੀ ਭੁੱਖਾ ਤੇ ਗਧਾ ਵੀ ਭੁੱਖਾ। ਤੇ ਜੇ ਟਕੇ ਦਾ ਕੁਛ ਮੈਂ ਲੈ ਕੇ ਕੁੱਕੜ ਨੂੰ ਖਵਾਉਣਾ ਹੈ ਫਿਰ ਗਧਾ ਵੀ ਭੁੱਖਾ ਤੇ ਮੈਂ ਵੀ ਭੁੱਖਾ। ਕੀ ਕਰਾਂ? ਜੇ ਸਿੱਖਿਆ ਲੈਣੀ ਹੋਵੇ ਤਾਂ ਕੋਈ ਖਿਆਲ ਨਾ ਆਇਆ ਮਨ ਵਿੱਚ। ਜਾਂਦਾ ਜਾਂਦਾ ਨਗਰ ਖੇੜੇ ਦੇ ਵਿੱਚ ਨਿਕਲਣ ਲੱਗਿਆ, ਉੱਥੇ ਛੋਟਾ ਜਿਹਾ ਬੱਚਾ ਮਿਲ ਗਿਆ। ਨਿਦਾਨ ਬੱਚਾ ਖੇਡਦਾ ਫਿਰਦਾ ਸੀ। ਉਹ ਬੱਚਾ ਕਹਿਣ ਲੱਗਿਆ, ਬਜ਼ੁਰਗੋ ਕਿਉਂ ਉਦਾਸੀ ਛਾਈ ਹੈ ਤੁਹਾਡੇ ਚਿਹਰੇ ਤੇ? ਬੜੀ ਉਦਾਸੀ ਹੈ ਤੁਹਾਡੇ ਚਿਹਰੇ ਤੇ ਤਾਂ। ਕਹਿਣ ਲੱਗਿਆ, ਨਹੀਂ ਬਾਲਕ, ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ? ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ? ਬਾਲਕ ਕਹਿਣ ਲੱਗਿਆ, ਨਹੀਂ ਬਜ਼ੁਰਗੋ, ਇਹ ਸਿਆਣਾਪਣ ਕੋਈ ਜ਼ਰੂਰੀ ਨਹੀਂ ਹੈ ਵੱਡੀ ਉਮਰ ਦੇ ਹਿਸਾਬ ਦੇ ਨਾਲ ਹੀ ਆਵੇ। ਤੁਸੀਂ ਕੁਝ ਦੱਸੋ ਤੇ ਸਹੀ, ਹੋ ਸਕਦਾ ਕਿ ਤੁਹਾਡਾ ਮਸਲਾ ਹੀ ਹੱਲ ਹੋ ਜੇ। ਉਹ ਕਹਿਣ ਲੱਗਿਆ, ਮੈਨੂੰ ਸੋਚਦੇ ਨੂੰ ਸਾਰਾ ਦਿਨ ਲੰਘ ਗਿਆ, ਹੁਣ ਤੂੰ ਕੱਲ੍ਹ ਦਾ ਬੱਚਾ ਹੈ, ਤੂੰ ਮੈਨੂੰ ਕੀ ਸਮਝਾ ਦੇਂਗਾ? ਕਹਿੰਦੇ, ਦੱਸੋ ਤੇ ਸਹੀ ਇੱਕ ਵਾਰੀ, ਜੇ ਦੱਸੋਗੇ ਤੇ ਹੋ ਸਕਦਾ ਕੋਈ ਹੱਲ ਹੋ ਜੇ। ਉਹ ਬਜ਼ੁਰਗ ਕਹਿਣ ਲੱਗੇ, ਮੇਰੇ ਕੋਲ ਇੱਕ ਟਕਾ ਹੈ, ਮੇਰਾ ਗਧਾ ਵੀ ਭੁੱਖਾ ਹੈ, ਮੇਰਾ ਕੁੱਕੜ ਵੀ ਭੁੱਖਾ ਹੈ ਤੇ ਮੈਂ ਵੀ ਭੁੱਖਾ। ਜੇ ਤਾਂ ਮੈਂ ਕੁਛ ਖਾਣਾ ਤੇ ਗਧਾ ਤੇ ਕੁੱਕੜ ਭੁੱਖੇ ਰਹਿੰਦੇ ਨੇ, ਜੇ ਗਧੇ ਨੂੰ ਕੁਛ ਖਵਾਉਣਾ ਹੈ ਕੁੱਕੜ ਤੇ ਮੈਂ ਭੁੱਖਾ ਰਹਿੰਦੇ ਆ, ਜੇ ਕੁੱਕੜ ਨੂੰ ਕੁਛ ਖਵਾਉਂਦੇ ਆ ਗਧਾ ਤੇ ਮੈਂ ਭੁੱਖਾ ਰਹਿੰਦੇ ਆ। ਹੁਣ ਇੱਕ ਟਕਾ ਹੈ, ਉਹਦੇ 'ਚੋਂ ਇੱਕ ਜਾਣਾ ਰੱਜ ਸਕਦੇ ਆ, 2 ਜਾਣੇ ਭੁੱਖਾ ਰਹਿੰਦੇ। ਲੈ ਤੂੰ ਦੱਸ ਕਿਵੇਂ ਰੱਜ ਗਏ ਸੀ ਇੱਕ ਟਕੇ ਨਾਲ? ਉਹ ਬਾਲਕ ਕਹਿਣ ਲੱਗਿਆ, ਤੇ ਗੱਲ ਹੀ ਕੁਛ ਨਹੀਂ, ਇਹ ਤੇ ਗੱਲ ਹੀ ਕੁਛ ਨਹੀਂ। ਦੱਸ, ਕਹਿੰਦੇ ਬਾਲਕ, ਕਿਵੇਂ ਰੱਜ ਗਏ?
ਕਹਿੰਦਾ ਜਿਹੜੇ ਤੁਸੀਂ ਨਗਰ ਖੇੜੇ ਦੇ ਵਿੱਚ ਦੀ ਆ ਖੇਤਾਂ ਵਿੱਚ ਦੀ ਲੰਘ ਕੇ ਆਏ ਹੋ, ਨਗਰ ਖੇੜੇ ਵਿੱਚ ਖੜੇ ਹੋ, ਇਹ ਸਾਰੇ ਦੇ ਸਾਰੇ ਨਗਰ ਖੇੜੇ ਦਾ ਜਿਹੜੇ ਖੇਤ ਨੇ ਉਹ ਤਰਬੂਜ ਬੀਜੇ ਹੋਏ ਨੇ ਸਾਰਿਆਂ ਨੇ। ਕਹਿੰਦੇ ਉਹ ਤਾਂ ਸਾਨੂੰ ਵੀ ਦਿਖ ਰਹੇ ਆ, ਮੈਂ ਦੇਖਦਾ ਵੀ ਆਇਆ ਵੀ ਸਾਰੇ ਨਗਰ ਖੇੜੇ ਦੇ ਵਿੱਚ ਤਰਬੂਜ ਬੀਜੇ ਹੋਏ ਆ। ਉਹ ਬਾਲਕ ਕਹਿਣ ਲੱਗਿਆ ਫਿਰ ਕੁਝ ਸਿੱਖ ਲੈਂਦਾ। ਇੱਕ ਟਕੇ ਦੇ 12-15 ਤਰਬੂਜ ਆ ਜਾਣਗੇ। ਕਹਿੰਦਾ ਵੀ ਆ ਜਾਣਗੇ। ਕਹਿੰਦਾ ਜਿਹੜਾ ਤਰਬੂਜ ਦਾ ਉੱਪਰਲਾ ਹਿੱਸਾ ਹੋਊਗਾ ਉਹ ਤਾਂ ਲਾ ਕੇ ਗਧੇ ਨੂੰ ਪਾ ਦੀ, ਵਿਚਕਾਰ ਦਾ ਹਿੱਸਾ ਆਪ ਖਾ ਲਈ, ਤੇ ਜਿਹੜੇ ਉਹਦੇ 20 ਹੋਣਗੇ ਉਹ ਕੁੱਕੜ ਨੂੰ ਪਾ ਦੀ। ਇੱਕ ਟਕੇ ਨਾਲ ਤਿੰਨੇ ਹੀ ਰੱਜ ਜਾਓਗੇ। ਗਧੇ ਤੋਂ ਉਤਰ ਕੇ ਕਹਿਣ ਲੱਗਿਆ, ਕਹਿੰਦਾ ਤੈਨੂੰ ਇੰਨੀ ਸਿੱਖਿਆ ਦਿੱਤੀ ਕਿਹਨੇ ਹੈ? ਕਹਿੰਦਾ ਅਕਲ ਦਾ ਹੀ ਫਰਕ ਹੁੰਦਾ ਹੈ। ਇੱਕ ਬੰਦਾ ਹੁੰਦਾ ਮੋਟੀ ਅਕਲ ਦਾ, ਇੱਕ ਹੁੰਦਾ ਬਰੀਕ ਅਕਲ ਦਾ। ਇੱਕ ਬੰਦਾ ਹੁੰਦਾ ਅਕਲ ਦੀ ਵਰਤੋਂ ਕਰਦਾ, ਇੱਕ ਬੰਦਾ ਵਰਤੋਂ ਨਹੀਂ ਕਰਦਾ, ਉਹਦੀ ਅਕਲ ਜਿਹੜੀ ਹੈ ਮੋਟੀ ਹੋ ਜਾਂਦੀ ਹੈ। ਜੇ ਸਿੱਖਿਆ ਲੈਣੀ ਹੈ ਤੇ ਬਾਲਕ ਤੋਂ ਵੀ ਮਿਲ ਜਾਂਦੀ ਹੈ, ਜੇ ਨਹੀਂ ਲੈਣੀ ਤੇ ਫਿਰ ਆਪ ਤੋਂ ਵੱਡਿਆਂ ਤੋਂ ਵੀ ਨਹੀਂ ਮਿਲਦੀ। ਜੇ ਲੈਣਾ ਹੈ ਕੁਛ ਤੇ ਮਿਲ ਜਾਂਦਾ ਹੈ, ਵਰਨਾ ਨਹੀਂ ਕੁਛ ਮਿਲਦਾ। ਜੇ ਕੁਛ ਲੈਣਾ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੈਨੂੰ ਮਿਲ ਜਾਣਾ ਹੈ ਇਸ ਘਰ ਦੇ ਵਿੱਚੋਂ, ਪਰ ਤੂੰ ਲੈਣ ਵਾਲਾ ਹੋਵੇਂ ਸਹੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਤੂੰ ਇੱਕ ਵਾਰੀ ਚੁੱਪ ਕਰ ਜਾਂਦਾ, ਅੱਜ ਤੇਰੇ ਨਾਲ ਇਹ ਕੁਛ ਨਹੀਂ ਹੋਣਾ ਸੀ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ, ਜਿੱਥੈ ਬੋਲਣ ਹਾਰੀ ਹੈ ਤਿੱਥੈ ਚੰਗੀ ਚੁੱਪ। ਜੇ ਕਿਸੇ ਤੋਂ ਗਿਆਨ ਲੈਣਾ ਹੈ, ਕਈ ਵਾਰੀ ਚੁੱਪ ਰਹਿ ਕੇ ਲੈਣਾ ਪੈਂਦਾ ਹੈ, ਬੋਲ ਕੇ ਨਹੀਂ ਮਿਲਦਾ, ਚੁੱਪ ਰਹਿ ਕੇ। ਤੇ ਜੇ ਗਿਆਨ ਲੈਣਾ ਤੇ ਇਹੋ ਜਿਹਿਆਂ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੀ ਕਹਿੰਦੇ ਨੇ, ਜਿਹੜੇ ਮਨੁੱਖ ਗਿਆਨ ਲੈਣਾ ਚਾਹੁੰਦੇ ਨੇ। ਕੀ ਕਹਿੰਦੇ ਨੇ ਗੁਰੂ ਸਤਿਗੁਰੂ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜਿਹੜੇ ਮਨੁੱਖ ਗਿਆਨ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਮਹਾਰਾਜ ਕਹਿੰਦੇ ਖੋਜੀ ਉਪਜੈ। ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮਨੁੱਖ ਗਿਆਨ ਲੈਣ ਵਾਲਾ ਹੋਵੇ ਇਹ ਪੈਦਾ ਹੋਵੇ ਤੇ ਵਧੇ ਫੁੱਲੇ, ਖੋਜੀ ਉਪਜੈ। ਸਾਰੀ ਪੰਕਤੀ ਸੁਣਾ ਦਿਆਂ ਕਿ ਇੱਥੇ ਹੀ ਰੋਕ ਲਾਂ? ਚੱਲ ਸੁਣ ਲਿਓ। ਜਿਹੜਾ ਕੋਈ ਗਿਆਨ ਲੈਣ ਵਾਲਾ ਹੋਵੇ, ਮਹਾਰਾਜ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਉਹ ਪੈਦਾ ਹੋਵੇ, ਖੋਜੀ ਉਪਜੈ। ਗਾਹਾਂ ਮਹਾਰਾਜ ਕਹਿੰਦੇ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾਰਾ। ਬਾਦੀ ਕਿਹਨੂੰ ਕਹਿੰਦੇ ਨੇ? ਵਾਦਾ ਖੜੀ ਕਰਨ ਵਾਲੇ ਨੂੰ, ਝਗੜਾ ਕਰਨ ਵਾਲੇ ਨੂੰ। ਜਿਹੜਾ ਕੋਈ ਕਿਸੇ ਦੇ ਕੰਮ ਦੇ ਵਿੱਚ ਵਾਦਾ ਖੜੀ ਕਰਦਾ ਹੈ, ਕੋਈ ਕਿਸੇ ਦੇ ਕੰਮ ਦੇ ਵਿੱਚ ਵਾਦਾ ਖੜੀ ਕਰਕੇ ਖਾਹ ਮਖਾਹ ਦਾ ਝਗੜਾ ਕਰਦਾ, ਉਹਨੂੰ ਸਤਿਗੁਰੂ ਕਹਿੰਦੇ ਨੇ ਖੋਜੀ ਉਪਜੈ ਬਾਦੀ ਬਿਨਸੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਜੰਮਿਆ ਕਿਉਂ ਸੀ? ਜੇ ਜੰਮਿਆ ਤੇ ਹੁਣ ਇਹ ਮਰ ਹੀ ਜਾਵੇ ਤਾਂ ਹੀ ਚੰਗੀ ਗੱਲ ਹੈ। ਸਤਿਗੁਰਾਂ ਦੀ ਗੁਰਬਾਣੀ ਕਹਿੰਦੀ ਹੈ, ਕੋਈ ਲਿਖਾਰੀ ਨਹੀਂ ਕਹਿੰਦਾ। ਖੋਜੀ ਉਪਜੈ ਬਾਦੀ ਬਿਨਸੈ, ਬਿਨਸ ਜਾਵੇ, ਇਹ ਖਤਮ ਹੋ ਜਾਵੇ, ਵਾਦਾ ਖੜੀ ਕਰਨ ਵਾਲਾ, ਇਹ ਝਗੜਾ ਕਰਨ ਵਾਲਾ ਖਤਮ ਹੋ ਜਾਵੇ ਇੱਥੋਂ। ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕੋਈ ਕਿਸੇ ਧਾਰਮਿਕ ਗ੍ਰੰਥ ਦਾ ਲਿਖਾਰੀ ਨਹੀਂ ਕਹਿ ਰਿਹਾ। ਇਹ ਸਖਤ ਸ਼ਬਦ ਨੇ ਮਹਾਰਾਜ ਦੇ। ਜਿਹੜਾ ਤਾਂ ਕੋਈ ਗਿਆਨ ਲੈਣਾ ਚਾਹੁੰਦਾ, ਬਾਬਾ ਨਾਨਕ ਕਹਿੰਦਾ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹਾ ਬੰਦਾ ਧਰਤੀ ਤੇ ਪੈਦਾ ਹੋਵੇ। ਜੇ ਪੈਦਾ ਹੋਇਆ ਤੇ ਇਹ ਸੁਗੰਧੀ ਵੰਡਦਾ ਰਵੇ। ਤੇ ਜੇ ਕੋਈ ਕਰਦਾ ਝਗੜਾ, ਝਗੜਾ ਕਿਸੇ ਦੇ ਕੰਮ ਦੇ ਵਿੱਚ ਵਾਦਾ ਖੜੀ ਕਰਦਾ, ਮਹਾਰਾਜ ਕਹਿੰਦੇ ਇਹ ਜੰਮਿਆ ਕਿਉਂ ਸੀ? ਜੇ ਜੰਮਿਆ ਤੇ ਹੁਣ ਮਰ ਜਾਵੇ, ਬਾਦੀ ਬਿਨਸ ਹੈ, ਬਿਨਸ ਜਾਵੇ, ਖਤਮ ਹੋ ਜਾਵੇ। ਹਾਂ ਬਲ ਬਲ ਗੁਰ ਕਰਤਾਰਾ, ਗੁਰਬਾਣੀ ਦੇ ਸ਼ਬਦ ਹੀ ਨੇ। ਬੰਦਾ ਸੌਖੀ ਜੀ ਗੱਲ ਲੈ ਲੈਂਦਾ ਹੈ,
दो चार गल्लां सौखियां जिहियां कह के ना कहंदा महाराज तेरा सिख बन गया। ऐं कदे सिख बनना कोई खाला जी का वाड़ा नहीं, सौखा नहीं पिया मार्ग ते चलना। सतगुरां दे हुक्म नूं मन के चलना पैंदा है। ते सतगुरां दा तां इह हुक्म है, कहंदे जे तूं किसे दे काम दे विच वाधा खड़ी करदा है, ज्ञान दे नां ते झगड़ा करदा है, महाराज कहंदे तू मर क्यों नहीं गया। खोजी उपजै बादी बिनसै, हाँ बल बल गुर करतार। इहो जन तां महाराज ने यह हुक्म किया होया। ते बाधा खड़ी करन वाले, लड़ाइयां करन वाले, झगड़े करन वाले, किसी दे काम दे विच विघन पाउण वाले, वो जादे महाराज नूं हथ जोड़दे ने असीं तेरे सिख हां। पुछ तां लिया करो कदे महाराज नूं भी महाराज सानू मार्ग ते चलण दी जांच ते दे दे। खोजी उपजै बादी बिनसै, हों बल बल गुर करतारा। जेड़ा खोज करे ज्ञान दी, महाराज कहंदे असीं चाहुंदे हां भी इहो जिहा मनुख धरती ते पैदा होवे। जेड़ा किसी दे काम च झगड़ा करदा है, वाधा खड़ी करदा है, महाराज कहंदे बिनस जावे, खत्म हो जावे इहो जिहा बंदा। ये सतगुरां ने सेध बख्शी है। ते सतगुरु महाराज जी फिर ये सेध बख्श के नाल कहंदे ने कि हुण बाकी दा अंदाज़ा तुसीं अपणियां जिंदगियां ते आपे ला लिओ, आपे ला लिओ कि किन्ने क असीं खोजियां ज्ञान दे ते किन्ना क असीं किसी दे काम दे विच वाधा खड़ी करके। बंदा ते कहंदा मैं किसी दे काम दे विच वाधा खड़ी करके, किसी नाल लड़ाई करके, किसी नाल झगड़ा करके फिर मैं चंगा बना। महाराज कहंदे नहीं बन सकदा। महाराज कहंदे किसी नाल झगड़ा करन वालिया, किसी दे काम दे विच वाधा खड़ी करन वालिया, खाह मखाह दा किसी दा काम रोकण वालिया, बादी बिनस है, खत्म हो जाना चाहिए सी। बड़ा सख्त शब्द महाराज ने वरते, क्योंकि महाराज नूं बहुत लम्मा समा पहला इन्हां गल्लां दा पता सी कि आउण वाले समय दे विच मनुख इहो जिहे होया करनगे, खाह मखाह दा झगड़ा करया करनगे, खाह मखाह दी वाधा खड़ी करया करनगे किसी दे कंमां दे विच। पता सी महाराज नूं। ये गुरु साहिब जी महाराज ने वचन कीते ने गुरबाणी दे विच, बड़े सख्त शब्द मनुखता वास्ते महाराज ने वरते ने। मनुख सौखे सौखे जे शब्द लै लैंदा, जिहदे च इहदी सिफत सलांघा जी हुंदे होए वो शब्द लै लैंदा महाराज ते बाकी छड्ड दिंदा है। तां ही ते सतगुरु महाराज जियां दी गुरबाणी दे नाल इसदा मेल नहीं बैठदा। तो सतगुरु महाराज जी कहंदे किसी दे काम दे विच वाधा ना खड़ी करी, एक बार चुप रह के देखी। बाबा नानक कहंदा तैथों चुप नहीं रहा गया। उन्हें फिर भी ये गल नहीं कही भी हाँ मैथों गलती हो गई, नहीं। बाबे नानक नूं कहंदा तुसीं तां कहा सी मैनूं भी जो कहना होवे मूँह ते कह दे, पिठ पिछे नहीं कहना। बाबा नानक कहंदा इहदा मतलब तू अपने आप नूं हजे भी सही समझी जाना, हजे भी दूजियां ते दोष धरी जाना, हजे भी दूजियां नूं दोष, हजे भी बाबे नानक नूं कही जावे कि तुसीं कहा सी, मैं तां कह दिता। महाराज कहन लगे तू चुप रह जांदा ते सारा मसला हल हो जाना सी। महाराज नूं चरनां ते डिग पिया, कहंदा महाराज किरपा कर दिओ, हुण मैनूं बख्श दिओ, हुण मेरे शरीर दे विच तां अग लग गई है, बख्श दिओ हुण। महाराज गुरु नानक महाराज जी कहन लगे सिखा फिर तो हुण इंज करी, जेड़े छप्पड़ दे विच भरथरी अद्धी रात नूं उठ के इशनान करदा है, कल नूं ज्यों इहने इशनान कर लिया उस छप्पड़ दे विच नहा लई, तेरे शरीर दा रोग कट्टिया जाऊगा, रोग कट्टिया जाऊगा। भरथरी इन्ना तपस्वी होया भरथरी राजा, साडे पंजाब दी धरती ते भी तपस्या करते रहे, तपस्वियां दी धरती है। गुरु नानक महाराज ने संदेश दिता, कहंदे उहदे विच इशनान कर लई। दूजा दिन भरथरी ने अपना इशनान पान किया, उसे छप्पड़ दे विच इशनान करके ये सिख राजी होया, शरीर दा रोग कट्टिया गया। शरीर दे रोग कट्टे जा सकते ने। महाराज कहंदे शरीर दा रोग जे ना कट्टण दे यतन करेगा, वैद हकीम दे कोल ना जावेगा, शरीर दे रोग ने दिनों दिन वधना,
पर गुरबाणी ने सब तो वड्डा रोग मन्निया तृष्णा दा। तृष्णा वड्डा रोग है, ये सब तो वड्डा रोग है। महाराज कहते जे इनू कट्टिया ना फिर सतगुरु महाराज जी कहते इन्हें दिनों दिन वधना है। एक दिन ऐसा आना है कि तेरे शरीर का जान का समा नहीं होना, पर तृष्णा के रोग ने तेरे शरीर नू खत्म कर देना है। बहुत शरीर ऐसे होंदे ने समय तो पहले ही चले जाते हैं। तृष्णा का रोग वड्डा होया, शरीर दिनों दिन घटता गया। अज तृष्णा का रोग इन्ना हैवी हो गया कि इन्हें शरीर नू खत्म कर दिता। महाराज कहते सतगुरां ने यह सब तो वड्डा रोग मन्निया तृष्णा का, ये वड्डा रोग है। गुरु साहिब जी महाराज कहते इस तो बचन वास्ते तैनू परमात्मा के नाम का सिमरन करना पैना है, बंदगी तैनू करनी पैनी है, बिरती तैनू अपनी सही रखनी पैनी है, यह श्रवण भगती तैनू करनी ही पैनी है। गाउणा परमात्मा का नाम अते परमात्मा के नाम नू सुनना, ये एक भगती दे विच आउंदा है। गुरु साहिब जी महाराज कृपा करते ने, अकाल पुरख दियां रहमतां दियां नज़रां जेड़े शरीरां ते हुंदियां ने, अमृत वेले जाके वो परमात्मा का नाम सिमरन बंदगी करते हैं। गुरु साहिब जी कृपा करन। समाप्ति का अपना समा, भुलां चुकां दी खिमा। आईयां संगतां दा बहुत धन्नवाद। प्रेम दे नाल सारी संगत बुलायो फतेह। वाहिगुरु जी का खालसा, वाहिगुरु जी की फतेह।